ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪਰੇਸ਼ਾਨੀ ਵਿੱਚ ਕਿਸਾਨੀ, ਬੈਂਕਾਂ ਵੱਲੋਂ ਕਿਸਾਨਾਂ ਦੀ ਫੜੋ-ਫੜੀ ਸ਼ੁਰੂ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਪੰਜਾਬ ਦੇ ਵਿੱਚ ਕਿਸਾਨੀ ਨੂੰ ਅਕਸਰ ਕਈ ਤਰ੍ਹਾਂ ਦੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇ ਗੱਲ ਕਰੀਏ ਚਾਹੇ ਉਹ ਬਿਜਲੀ ਦਾ ਸੰਕਟ ਹੋਵੇ, ਚਾਹੇ ਖਾਦ ਦਾ ਸੰਕਟ ਹੋਵੇ, ਅਤੇ ਤਾਜ਼ਾ ਹਾਲਾਤਾਂ ਦੀ ਗੱਲ ਕਰੀਏ ਤਾਂ ਝਾੜ ਘਟਣ ਦਾ ਹੋਵੇ ਵੀ ਕਿ 4 ਤੋਂ 6 ਕੁਆਂਟਲ ਜਿਹੜਾ ਹੈਗਾ ਝਾੜ ਘਟ ਗਿਆ, ਅਤੇ ਇਸ ਦੇ ਨਾਲ ਹੀ ਕਿਸਾਨਾਂ ਨੂੰ ਜਿਹੜਾ ਹੈਗਾ ਕਈ ਤਰ੍ਹਾਂ ਦੀ ਵਿੱਤੀ ਮਾਰ ਵੀ ਜਿਹੜੀ ਹੈਗੀ ਝੱਲਣੀ ਪੈਂਦੀ ਹੈ, ਕਈ ਤਰ੍ਹਾਂ ਦੀ ਹੋਰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ। ਪਰ ਇਸੇ ਦੌਰਾਨ ਪਤਾ ਲੱਗਿਆ ਵੀ ਕਿ ਸਹਿਕਾਰੀ ਬੈਂਕਾਂ ਵੱਲੋਂ ਵੀ ਕਿਸਾਨਾਂ 'ਤੇ ਕਾਰਵਾਈ ਕਰਨ ਦੀ ਜਿਹੜੀ ਪ੍ਰਕਿਰਿਆ ਉਹ ਸ਼ੁਰੂ ਕਰ ਦਿੱਤੀ ਹੈ। ਜਿਹੜੇ ਕਿਸਾਨਾਂ ਵੱਲੋਂ ਕਰਜ਼ਾ ਨਹੀਂ ਮੋੜਿਆ ਗਿਆ ਉਹਨਾਂ ਖਿਲਾਫ ਕਾਰਵਾਈ ਜਿਹੜੀ ਹੈਗੀ ਆ ਹੁਣ ਕਰਨ ਦੀ ਤਿਆਰੀ ਖਿੱਚ ਲਈ ਆ। ਅਸੀਂ ਜਾਣਨਾ ਚਾਹਾਂਗੇ ਸਹਿਕਾਰੀ ਬੈਂਕਾਂ ਨੇ ਕੀ ਤਿਆਰੀ ਖਿੱਚੀ ਹੈ, ਕੀ ਉਹਨਾਂ ਦਾ ਐਕਸ਼ਨ ਪਲਾਨ ਹੈ, ਕਿਸ ਤਰ੍ਹਾਂ ਉਹ ਕਾਰਵਾਈ ਕਰਨ ਜਾ ਰਹੇ ਨੇ। ਦੇਖੋ, ਵੈਸੇ ਤਾਂ ਕਿਸੇ ਦੌਰ ਦੇ ਵਿੱਚ ਵੀ ਜਿਹੜੀ ਕਿਸਾਨੀ ਹੈ ਉਹਦੇ ਜਿਹੜੇ ਹਾਲਾਤ ਹੈ ਉਹ ਸੁਖਾਵੇਂ ਨਹੀਂ ਰਹੇ, ਪਰ ਜੋ ਮੌਜੂਦਾ ਪ੍ਰਸਥਿਤੀਆਂ ਨੇ ਉਹਨਾਂ ਦੇ ਵਿੱਚ ਜਿਹੜੀ ਕਿਸਾਨੀ ਹੈ ਉਹ ਬੜੀ ਚੁਣੌਤੀ ਭਰੇ ਮੋੜ 'ਤੇ ਖੜੀ ਹੈ ਜੀ ਜਿਸ ਤਰ੍ਹਾਂ ਆਪਾਂ ਕਣਕ ਦੇ ਘਟੇ ਹੋਏ ਝਾੜ ਦੀ ਗੱਲ ਕੀਤੀ ਹੈ। ਜੀ ਇਕੱਲਾ ਇਹ ਨਹੀਂ, ਬਹੁਤ ਸਾਰੀਆਂ ਅਲਾਮਤਾਂ ਅਜਿਹੀਆਂ ਨੇ ਕਿ ਜਿਹੜੀਆਂ ਕਈ ਸਦੀਆਂ ਤੋਂ ਕਿਸਾਨੀ ਦੇ ਨਾਲ ਚੱਲੀਆਂ ਆ ਰਹੀਆਂ ਨੇ। ਜਿਸ ਤਰ੍ਹਾਂ ਆਪਾਂ ਕਰਜ਼ੇ ਦੀ ਗੱਲ ਕਰਦੇ ਹਾਂ, ਜਾਂ ਜਿਸ ਤਰ੍ਹਾਂ ਆਪਾਂ ਬੈਂਕਾਂ ਦੀ ਹੁਣ ਅੱਜ ਦਾ ਇਸ਼ੂ ਲਿਆ ਹੈ ਕਿ ਬੈਂਕਾਂ ਨੇ ਕੀ ਐਕਸ਼ਨ ਪਲਾਨ ਬਣਾਇਆ ਹੈ, ਉਹਦੇ ਵਿੱਚ ਕਿਸਾਨਾਂ 'ਤੇ ਕਿਸ ਕਿਸਮ ਦੇ ਕਰਜ਼ਾ ਵਸੂਲੀ ਲਈ ਕਦਮ ਹੈ ਜਿਹੜੇ ਉਠਾਏ ਜਾਣੇ ਨੇ। ਤਾਂ ਆਜ਼ਾਦੀ ਦੇ ਦੌਰ ਤੋਂ ਪਹਿਲਾਂ ਹੀ ਜਿਹੜਾ ਕਰਜ਼ਾ ਹੈ ਉਹ ਕਿਸਾਨੀ ਦੇ ਜਿਹੜੇ ਗੱਲ ਦਾ ਜਿਹੜਾ ਫੰਦਾ ਬਣਿਆ ਹੋਇਆ ਹੈ। ਫਰਕ ਸਿਰਫ ਇੰਨਾ ਹੈ ਕਿ ਉਸ ਟਾਈਮ ਉਸ ਦੌਰ ਦੇ ਵਿੱਚ ਜਿਹੜੇ ਸ਼ਾਹੂਕਾਰਾਂ ਦਾ ਕਰਜ਼ਾ ਸੀਗਾ ਉਹਦੇ ਹੀ ਚਪੇਟ ਦੇ ਵਿੱਚ ਕਿਸਾਨ ਸੀ। ਅੱਜ ਸ਼ਾਹੂਕਾਰਾਂ ਤੋਂ ਇਲਾਵਾ ਕਿਸਾਨੀ ਹੈ ਜਿਹੜੀ ਉਹ ਬੈਂਕਾਂ ਦੇ ਜਾਲ ਦੇ ਵਿੱਚ ਵੀ ਜਿਹੜੀ ਫਸੀ ਹੋਈ ਹੈ। ਕਿਸੇ ਵੀ ਸਰਕਾਰ ਨੇ ਕਿਸਾਨੀ ਨੂੰ ਦੇ ਗੱਲ ਦੇ ਵਿੱਚੋਂ ਇਹ ਫੰਦਾ ਉਤਾਰਨ ਦੇ ਲਈ ਕੋਈ ਸੋਲਿਡ ਜਾਂ ਠੋਸ ਹੈ ਜਿਹੜੇ ਉਹ ਉਪਰਾਲੇ ਨਹੀਂ ਕੀਤੇ, ਜਾਂ ਠੋਸ ਜਿਹੜੀਆਂ ਨੀਤੀਆਂ ਨਹੀਂ ਬਣਾਈਆਂ। ਜੇ ਆਪਾਂ ਤਾਜ਼ਾ ਗੱਲ ਕਰੀਏ ਕਣਕ ਦੇ ਝਾੜ ਦੀ, ਤਾਂ ਹੁਣ ਤਾਂ ਜਿਹੜਾ ਪੰਜਾਬ ਦਾ ਖੇਤੀ ਮਹਿਕਮਾ ਉਹਨੇ ਵੀ 2-3 ਦਿਨਾਂ ਤੋਂ ਇਹ ਜਾਂਚ ਸ਼ੁਰੂ ਕੀਤੀ ਹੋਈ ਸੀ ਕਿ ਪੰਜਾਬ ਦੇ ਵਿੱਚ ਕਣਕ ਦਾ ਝਾੜ ਕਿੰਨਾ ਕੁ ਘਟਿਆ। ਉਹਨਾਂ ਨੇ ਤਕਰੀਬਨ ਸਾਰੇ ਪੰਜਾਬ ਦੇ ਵਿੱਚੋਂ 2200 ਦੇ ਕਰੀਬ ਹੈ ਜਿਹੜੇ ਉਹ ਨਮੂਨੇ ਲਏ ਸੀ, ਅਤੇ ਕੱਲ੍ਹ ਜਿਹੜੇ ਮੁੱਢਲੇ ਸੈਂਪਲਿੰਗ ਦੇ ਰਿਜ਼ਲਟ ਆਏ ਨੇ ਉਹਦੇ ਵਿੱਚ ਇਹ ਗੱਲ ਸਰਕਾਰੀ ਤੌਰ 'ਤੇ ਸਾਬਤ ਹੋ ਗਈ ਹੈ ਕਿ ਐਤਕੀ ਪ੍ਰਤੀ ਏਕੜ ਹੈ ਜਿਹੜਾ 4 ਕੁਆਂਟਲ ਦਾ ਜਿਹੜਾ ਝਾੜ ਹੈ ਉਹ ਘੱਟ ਆ ਰਿਹਾ ਹੈ। ਅੱਜ ਸ਼ਾਮ ਤੱਕ ਪਤਾ ਲੱਗਿਆ ਕਿ ਸਮੁੱਚੀ ਜਿਹੜੀ ਸੈਂਪਲਿੰਗ ਹੋਈ ਹੈ ਉਹਦੇ ਨਤੀਜੇ ਸਾਡੇ ਸਾਹਮਣੇ ਆ ਜਾਣਗੇ, ਅਤੇ ਉੱਦਾਂ ਕਿਸਾਨੀ ਹੈ ਜੋ ਦੱਸ ਰਹੀ ਹੈ ਉਹ ਹੈ ਕਿ 4 ਤੋਂ ਲੈ ਕੇ 6 ਕੁਆਂਟਲ ਜਿਹੜਾ ਝਾੜ 'ਤੇ ਕਣਕ ਦੇ 'ਤੇ ਅਸਰ ਪਿਆ। ਉਸ ਤੋਂ ਵੱਡਾ ਅਸਰ ਜਿਹੜਾ ਇਸ ਘਟੇ ਝਾੜ ਦਾ ਜਿਹੜਾ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਉਹ ਬੜਾ ਦੁਖਦਾਈ ਵੀ ਹੈ। ਔਰ ਪੰਜਾਬ ਦੇ ਨਾਲ ਪਿਛਲੇ 1992 ਤੋਂ ਇਹ ਗੱਲ ਚੱਲੀ ਆ ਰਹੀ ਹੈ ਕਿ ਕਰਜ਼ੇ ਦੇ ਵਿੱਚ ਜਾਂ ਵੱਖ-ਵੱਖ ਅਲਾਮਤਾਂ 'ਚ ਫਸਿਆ ਹੋਇਆ ਕਿਸਾਨ ਬੇਵੱਸ ਹੋ ਕੇ ਆਪਣੀ ਜ਼ਿੰਦਗੀ ਨੂੰ ਜਿਹੜੀ ਹੈ ਉਹ ਅਲਵਿਦਾ ਆਖ ਰਿਹਾ ਹੈ। ਤਾਂ ਇਸ ਤਰ੍ਹਾਂ ਪੰਜਾਬ ਦੇ ਵਿੱਚ ਪਿਛਲੇ 2 ਦਿਨਾਂ ਤੋਂ ਕੱਲ੍ਹ ਔਰ ਅੱਜ ਤਕਰੀਬਨ 4 ਕਿਸਾਨ ਆਪਣੀ ਜਿਹੜੀ ਜਾਨ ਹੈ ਉਹ ਗਵਾ ਬੈਠੇ ਨੇ, ਜਿਨ੍ਹਾਂ ਦਾ ਸਬੱਬ ਸਿਰਫ ਇਹੀ ਬਣਿਆ ਕਿ ਉਹਨਾਂ ਦੀ ਫਸਲ ਦਾ ਜਿਹੜਾ ਝਾੜ ਹੈ ਉਹ ਘੱਟ ਨਿਕਲਿਆ। ਉਹਨਾਂ ਨੂੰ ਲੱਗਿਆ ਕਿ ਸਾਨੂੰ ਇਹ ਬਹੁਤ ਵੱਡੀ ਜਿਹੜੀ ਇੱਕ ਤਰ੍ਹਾਂ ਦੀ ਵਿੱਤੀ ਸੱਟ ਹੈ। ਅੱਜ ਇੱਕੋ ਦਿਨ ਦੇ ਵਿੱਚ 2 ਕਿਸਾਨਾਂ ਨੇ ਸੁਸਾਈਡ ਕੀਤਾ ਹੈਗਾ। ਇੱਕ ਮਾਨਸਾ ਖੁਰਦ ਦਾ ਕਿਸਾਨ ਹੈ, ਇੱਕ ਮੈਸਰਖਾਨੇ ਦਾ ਕਿਸਾਨ ਹੈ। 2 ਕਿਸਾਨਾਂ ਦਾ ਇੱਕੋ ਦਿਨ ਦੇ ਵਿੱਚ, ਉਹ ਵੀ ਸਿਰਫ ਜੀਲਡ ਦੇ ਘਟਣ ਕਰਕੇ ਚਲੇ ਜਾਣਾ। ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਕਿਸਾਨੀ ਕਿਸ ਦੌਰ ਦੇ ਵਿੱਚ ਦੀ ਹੈ ਜਿਹੜੀ ਗੁਜ਼ਰ ਰਹੀ ਹੈਗੀ ਹੈ। ਤਾਂ ਇਸੇ ਦੌਰਾਨ ਹੀ ਜਿਹੜੀ ਚਾਹੇ ਬੇਸ਼ੱਕ ਪੁਰਾਣੀਆਂ ਕਾਂਗਰਸ ਸਰਕਾਰ ਦੀ ਗੱਲ ਕਰ ਲਈਏ, ਕਿਉਂ ਉਹਨੇ ਵੀ ਡੈਟ ਰਿਲੀਫ ਦੀ ਗੱਲ ਕੀਤੀ ਸੀ, ਤਾਂ ਕੈਪਟਨ ਅਮਰਿੰਦਰ ਸਿੰਘ ਇਹ ਕਹਿੰਦੇ ਰਹੇ ਸੀ ਕਿ ਪੰਜਾਬ ਦੀ ਕਿਸਾਨੀ ਹੈ ਜਿਹੜੀ ਜਕੜ ਹੈ ਕਰਜ਼ੇ ਦੀ ਉਹਨੂੰ ਅਸੀਂ ਤੋੜਾਂਗੇ। ਉਹ ਤਾਂ ਇਹ ਵੀ ਅਪੀਲਾਂ ਕਰਦੇ ਰਹੇ ਜਿੰਨਾ ਚਿਰ ਉਹਨੇ ਸੱਤਾ ਨਹੀਂ ਸੰਭਾਲੀ ਸੀ ਕਿ ਬਸ ਕਿਸਾਨ ਕੁਝ ਦਿਨ ਹੋਰ ਰੁਕ ਜਾਣ, ਕੋਈ ਇਸ ਕਿਸਮ ਦਾ ਕਦਮ ਨਾ ਉਠਾਉਣ, ਖੁਦਕੁਸ਼ੀ ਨਾ ਕਰਨ। ਮੈਂ ਆ ਗਿਆ ਤਾਂ ਸਾਰਾ ਮਸਲਾ ਹੱਲ ਹੋ ਜਾਏਗਾ। ਨਾ ਤਾਂ ਅਕਾਲੀ ਦਲ ਦੇ ਰਾਜ ਦੇ ਵਿੱਚ ਖੁਦਕੁਸ਼ੀਆਂ ਰੁਕੀਆਂ ਸੀ, ਅਤੇ ਨਾ ਹੀ ਕੈਪਟਨ ਦੇ ਰਾਜ ਦੇ ਵਿੱਚ ਰੁਕੀਆਂ ਸੀ, ਅਤੇ ਨਾ ਹੀ ਆਪ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਦਾ 1 ਮਹੀਨਾ ਹੋਇਆ ਇਹਦੇ ਵਿੱਚ ਖੁਦਕੁਸ਼ੀਆਂ ਦਾ ਜਿਹੜਾ ਦੌਰ ਹੈ ਉਹ ਰੁਕਿਆ ਹੈ। ਤਾਂ ਇਸੇ ਦੌਰਾਨ ਹੀ ਜਿਹੜੀ ਖੇਤੀ ਵਿਕਾਸ ਬੈਂਕ ਹੈ
ਜਿਹੜੇ ਕਿ ਕਰਜ਼ਾ ਮਾਫੀ ਦੀ ਸਕੀਮ ਦੇ ਵਿੱਚੋਂ ਬਾਹਰ ਸੀ। ਹਾਲਾਂਕਿ ਕਿਸਾਨੀ ਦੇ ਵਿੱਚ ਇਹ ਭੰਬਲ ਭੂਸਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਬਣਿਆ ਰਿਹਾ ਕਿ ਸ਼ਾਇਦ ਉਹਨਾਂ ਦੇ ਕਰਜ਼ੇ ਵੀ ਮਾਫ ਹੋਣਗੇ। ਸਰਕਾਰਾਂ ਨੇ ਚਾਹੇ ਇਹ ਗੱਲ ਦੱਸੀ ਹੋਵੇ, ਪਰ ਕਿਸਾਨੀ ਤੱਕ ਇਹ ਗੱਲ ਪੂਰੀ ਤਰ੍ਹਾਂ ਪਹੁੰਚ ਨਹੀਂ ਚੁੱਕੀ ਸੀ। ਕਿਸਾਨੀ ਦਾ ਕਰਜ਼ਾ ਤਕਰੀਬਨ 90,000 ਕਰੋੜ ਦਾ ਸਮੁੱਚਾ ਕਰਜ਼ਾ ਬੰਦ ਹੈ। ਸਰਕਾਰਾਂ ਨੇ ਉਹ ਸਮੁੱਚਾ ਕਰਜ਼ਾ ਤਾਂ ਕੀ ਮਾਫ ਕਰਨਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਇਹ ਕਹਿ ਦਿੱਤਾ ਕਿ 5 ਏਕੜ ਤੋਂ ਜਿਹੜੇ ਤੱਕ ਵਾਲੇ ਕਿਸਾਨ ਹੈ ਉਹਨਾਂ ਦਾ 2 ਲੱਖ ਦਾ ਕਰਜ਼ਾ ਅਸੀਂ ਜਿਹੜਾ ਮਾਫ ਕਰਾਂਗੇ। ਉਹਦੇ ਵਿੱਚੋਂ ਵੀ ਫਿਰ ਆਤਿਸ਼ ਪੌਣੇ 7 ਲੱਖ ਕਿਸਾਨ ਆਇਡੈਂਟੀਫਾਈ ਕੀਤੇ ਸੀ ਜਿਨ੍ਹਾਂ ਦਾ ਕਰਜ਼ਾ ਮਾਫ ਹੋਣਾ ਸੀ। ਉਹਨਾਂ 'ਚੋਂ ਵੀ ਤਕਰੀਬਨ 4600 ਕਰੋੜ ਦਾ ਕਰਜ਼ਾ ਮਾਫ ਕੀਤਾ ਅਤੇ 1,09,000 ਕਿਸਾਨ ਹੈ ਉਹ ਵੀ ਅਜੇ ਘੁੰਮ ਰਹੇ ਜਿਨ੍ਹਾਂ ਦਾ ਕਰਜ਼ਾ ਮਾਫੀ ਦੇ ਵਿੱਚ ਨਾਂ ਆ ਗਿਆ, ਪਰ ਉਹਨਾਂ ਨੂੰ ਇਸ ਸਕੀਮ ਦਾ ਜਿਹੜਾ ਲਾਹਾ ਨਹੀਂ ਮਿਲਿਆ ਜੀ। ਤਾਂ ਖੇਤੀ ਵਿਕਾਸ ਬੈਂਕ ਹੈ ਜਿਹੜੇ ਉਹਨਾਂ ਨੂੰ ਇਸ ਸਕੀਮ ਦੇ ਵਿੱਚੋਂ ਬਾਹਰ ਰੱਖਿਆ ਗਿਆ ਸੀ, ਜਿਨ੍ਹਾਂ ਦਾ ਪਰ ਉਚੇਚੇ ਤੌਰ 'ਤੇ ਆਪਾਂ ਜ਼ਿਕਰ ਕਰਨਾ ਹੈ। ਜਿੱਥੋਂ ਤੱਕ ਅੱਜ ਸਾਨੂੰ ਕੁਝ ਅਧਿਕਾਰੀਆਂ ਤੋਂ ਇਸ ਗੱਲ ਦਾ ਪਤਾ ਲੱਗਿਆ ਹੈ ਕਿ ਜਿਹੜੀ ਖੇਤੀ ਵਿਕਾਸ ਬੈਂਕ ਹੈ ਉਹਨਾਂ ਨੇ ਤਿਆਰੀ ਵਿੱਢ ਲਈ ਹੈ ਕਿ ਇਸ ਵਾਰ ਕਿਸਾਨਾਂ 'ਤੇ ਅਸੀਂ ਸਖਤੀ ਕਰਨੀ ਹੈ, ਤਾਂ ਕਿ ਉਹ ਉਹਨਾਂ ਨੂੰ ਲੱਗਦਾ ਕਿ ਸਾਡੇ ਜਿਹੜਾ ਵਸੂਲੀ ਦੀ ਜਿਹੜੀ ਦਰ ਹੈ ਪਿਛਲੇ ਦਿਨ 2-3 ਸਾਲਾਂ 'ਚ ਬੜੀ ਡੈਂਟ ਪਿਆ ਉਸ ਨੂੰ, ਕਿ ਉਸ ਵਸੂਲੀ ਦਰ ਨੂੰ ਉੱਚਾ ਚੁੱਕਿਆ ਜਾ ਸਕੇ, ਬੈਂਕਾਂ ਦੇ ਜਿਹੜੇ ਵਿੱਤੀ ਹਾਲਾਤ ਹੈ ਉਹਨਾਂ ਨੂੰ ਸੁਧਾਰਿਆ ਜਾ ਸਕੇ ਜੀ। ਤਾਂ ਇਹਦੇ ਤਹਿਤ ਜਿਹੜੇ 89 ਸਮੁੱਚੇ ਪੰਜਾਬ ਦੇ ਵਿੱਚ ਖੇਤੀ ਵਿਕਾਸ ਬੈਂਕ ਨੇ ਉਹਨਾਂ ਨੇ ਆਪਣੇ ਜਿਹੜੇ ਫੀਲਡ ਸਟਾਫ ਹੈ ਉਹਨਾਂ ਨੇ 16 ਜੁਲਾਈ ਤੋਂ ਉਹਨਾਂ ਦਾ ਵਸੂਲੀ ਦਾ ਜਿਹੜਾ ਸਮਾਂ ਸ਼ੁਰੂ ਹੋ ਜਾਂਦਾ ਹੈ, ਜਿਹੜਾ ਅੱਗੇ 31 ਜੁਲਾਈ ਤੱਕ ਹੈ ਜਿਹੜਾ ਉਹ ਚੱਲਦਾ ਹੈਗਾ। ਇਹਦੇ ਵਿੱਚ ਵਸੂਲੀ ਹੋਣੀ ਹੈ। ਤਾਂ ਇੱਕ ਤਾਂ ਇਹ ਹੈਗਾ ਕਿ ਆਤਿਸ਼ ਕਿ ਜਿਹੜਾ ਕਣਕ ਦੀ ਜੀਲਡ ਘਟ ਗਈ, ਇਹਦਾ ਜਿਹੜਾ ਅਸਰ ਹੈ ਵੈਸੇ ਤਾਂ ਸਮੁੱਚੇ ਅਰਥਚਾਰੇ 'ਤੇ ਹੀ ਪਏਗਾ ਔਰ ਸਮਾਜ ਦਾ ਜਿਹੜਾ ਹਰ ਤਬਕਾ ਉਹਦੇ ਨਾਲ ਜਿਹੜਾ ਖੇਤੀ ਨਾਲ ਜੁੜਿਆ ਹੋਇਆ ਹੈ ਸਿੱਧੇ ਜਾਂ ਸਿੱਧੇ ਤੌਰ 'ਤੇ ਉਹ ਪ੍ਰਭਾਵਿਤ ਹੋਏਗਾ। ਪਰ ਇਹਦੇ ਨਾਲ ਕਿ ਜਿਹੜੇ ਖਾਸ ਤੌਰ 'ਤੇ ਜਿਹੜੀ ਦੂਜੇ ਨਾਲ ਜਿਵੇਂ ਬੈਂਕਾਂ ਦੀ ਗੱਲ ਕਰਦੇ ਹਾਂ ਜਾਂ ਆੜ੍ਹਤੀਆਂ ਦੀ ਗੱਲ ਕਰਦੇ ਹਾਂ ਉਹਨਾਂ ਦੀ ਜਿਹੜੀ ਵਸੂਲੀ ਹੈ ਉਹ ਵੀ ਹਿੱਟ ਹੋਏਗੀ, ਉਸ 'ਤੇ ਵੀ ਅਸਰ ਪਏਗਾ। ਇਸ ਨੂੰ ਦੇਖਦੇ ਹੋ ਕਿ ਬੈਂਕਾਂ ਨੂੰ ਲੱਗਦਾ ਹੈ ਕਿ ਪਿਛਲੇ ਸਮੇਂ ਦੇ ਵਿੱਚ ਕੋਵਿਡ ਦਾ ਦੌਰ ਆਇਆ ਸੀ, ਉਦੋਂ ਉਹਨਾਂ ਦਾ ਜਿਹੜਾ ਰਿਕਵਰੀ ਹੈ ਉਹ ਘਟ ਰਹੀ ਸੀ। ਫਿਰ 1.5 ਸਾਲ ਸਵਾ ਸਾਲ ਕਿਸਾਨ ਹੈ ਜਿਹੜਾ ਐਜੀਟੇਸ਼ਨ ਚੱਲਦਾ ਰਿਹਾ, ਉਦੋਂ ਬੈਂਕਾਂ ਨੇ ਕੋਈ ਸਖਤੀ ਨਹੀਂ ਕੀਤੀ, ਉਦੋਂ ਵੀ ਰਿਕਵਰੀ ਰੇਟ ਹੈ ਜਿਹੜਾ ਕਾਫੀ ਘਟਿਆ। ਫਿਰ ਅੱਗੇ ਚੋਣਾਂ ਆ ਗਈਆਂ, ਚੋਣਾਂ ਦੇ ਵਿੱਚ ਪਿਛਲੀ ਸਾਉਣੀ ਦੀ ਫਸਲ ਦੇ ਵਿੱਚ ਹੈ ਫਿਰ ਰਿਕਵਰੀ ਕਾਫੀ ਡਿਮ ਰਹੀ। ਪੂਰੇ ਸਾਲ ਦੇ ਵਿੱਚ ਪਿਛਲੇ ਸੀਜ਼ਨ ਦੇ ਵਿੱਚ 200 ਕਰੋੜ ਰੁਪਏ ਦੀ ਰਿਕਵਰੀ ਜਿਹੜੀ ਖੇਤੀ ਵਿਕਾਸ ਬੈਂਕਾਂ ਨੂੰ ਪਿਛਲੇ ਸੀਜ਼ਨ ਦੇ ਵਿੱਚ ਹੋਈ ਸੀ। ਤਾਂ ਇਸ ਵਾਰ ਉਹਨਾਂ ਨੂੰ ਲੱਗਦਾ ਕਿ ਨਵੀਂ ਸਰਕਾਰ ਬਣੀ ਹੈ, ਉਹਨਾਂ ਨੂੰ ਲੱਗਦਾ ਕਿ ਮਜ਼ਬੂਤ ਸਰਕਾਰ ਬਣੀ ਹੈ, ਤਾਂ ਸਾਨੂੰ ਇਹ ਅੱਛਾ ਮੌਕਾ ਹੈ ਕਿ ਅਸੀਂ ਕਿਸਾਨਾਂ 'ਤੇ ਕਿਵੇਂ ਨਾ ਕਿਵੇਂ ਦਬਾਓ ਪਾ ਕੇ ਜਾਂ ਪ੍ਰੈਸ਼ਰ ਪਾ ਕੇ ਜਿਹੜਾ ਆਪਣਾ ਪੈਸਾ ਹੈ ਜਾਂ ਕਿਸ਼ਤਾਂ ਹੈ ਉਹਨੂੰ ਵਸੂਲ ਕਰ ਲਈਏ। ਦੇਖੋ 2 ਤਰ੍ਹਾਂ ਦੇ ਅਤਿਸ਼ ਡਿਫਾਲਟਰ ਹੁੰਦੇ ਨੇ। ਇੱਕ ਡਿਫਾਲਟਰ ਤਾਂ ਉਹ ਹੁੰਦੇ ਨੇ ਜਿਹੜੇ ਜਿਹਨੇ ਪਹੁੰਚ 'ਚ ਨਹੀਂ ਹੁੰਦੀ, ਕਿਸ਼ਤਾਂ ਤਾਰਨ ਦੀ ਪਹੁੰਚ 'ਚ ਨਹੀਂ ਹੁੰਦੇ, ਜਿਨ੍ਹਾਂ ਦੇ ਆਮ ਸਧਾਰਨ ਡਿਫਾਲਟਰ ਹੁੰਦੇ ਨੇ। ਦੂਜੇ ਉਹ ਹੁੰਦੇ ਆ ਜਿਨ੍ਹਾਂ 'ਤੇ ਸਿਆਸਤ ਦਾ ਜਿਹੜਾ ਪੁੱਠ ਚੜ੍ਹੀ ਹੁੰਦੀ ਹੈ, ਉਹਨਾਂ ਦੀ ਲੱਗਦਾ ਕਿ ਛਤਰ ਛਾਇਆ ਹੁੰਦੀ ਸਿਆਸਤ ਦੀ, ਜਾਣ ਬੁੱਝ ਕੇ ਨਾ ਤਾਰਨ ਵਾਲੇ। ਅਸੀਂ ਦੇਖਿਆ ਪਿਛਲੇ 2-3 ਸਾਲਾਂ ਦੇ ਵਿੱਚ ਜਿਹੜੇ ਚੰਗੇ ਪੋਲੀਟੀਕਲ ਲੋਕ ਸੀ, ਸਾਬਕਾ ਮੰਤਰੀ ਸੀ, ਸਾਬਕਾ ਵਿਧਾਇਕ ਸੀ, ਜਿਨ੍ਹਾਂ ਵੱਲ ਵੱਡਾ ਕਰਜ਼ਾ ਖੜ੍ਹਾ ਹੈ ਉਹ ਨਹੀਂ ਤਾਰ ਰਹੇ, ਜਿਨ੍ਹਾਂ ਕੋਲੇ ਸਾਰੇ ਰਿਸੋਰਸਿਸ ਹੈਗੇ ਨੇ ਪਰ ਜਾਣਬੁੱਝ ਕੇ ਨਹੀਂ ਤਾਰ ਰਹੇ, ਜਾਂ ਕਿਸੇ ਨੂੰ ਪੋਲੀਟੀਕਲ ਸਹਿ ਹੈਗੀ ਹੈ ਉਹ ਨਹੀਂ ਤਾਰ ਰਹੇ। ਇਹ ਇੱਕ ਅਲੱਗ ਕੈਟਾਗਰੀ ਹੈਗੀ ਹੈ। ਤਾਂ ਹੁਣ ਜਿਹੜੀ ਟੋਟਲ ਪੰਜਾਬ ਦੇ ਵਿੱਚ ਇਸ ਵੇਲੇ ਖੇਤੀ ਵਿਕਾਸ ਬੈਂਕਾਂ ਦੇ 71,000 ਹੈ ਜਿਹੜੇ ਟੋਟਲ ਕਰਜ਼ਈ ਕਿਸਾਨ ਹੈ ਜਿਹੜੇ ਸ਼ਨਾਖਤ ਹੋਏ ਨੇ, ਜਿਨ੍ਹਾਂ ਵੱਲ 3200 ਕਰੋੜ ਰੁਪਏ ਦਾ ਕਰਜ਼ਾ ਹੈ ਔਰ 71,000 ਦੇ ਵਿੱਚ ਕਿਸਾਨਾਂ 'ਚੋਂ 60,000 ਕਿਸਾਨ ਪੂਰੇ ਪੰਜਾਬ ਦੇ ਵਿੱਚ ਇਸ ਵੇਲੇ ਖੇਤੀ ਵਿਕਾਸ ਬੈਂਕਾਂ ਦੇ ਡਿਫਾਲਟਰ ਨੇ, ਜਿਨ੍ਹਾਂ ਤੋਂ 2300 ਕਰੋੜ ਰੁਪਏ ਦੀ ਵਸੂਲੀ ਇਹਨਾਂ ਬੈਂਕਾਂ ਨੇ ਕਰਨੀ ਹੈ। ਔਰ ਆਪਾਂ ਮਾਲਵਾ ਖਿੱਤਾ ਜਿਹੜਾ ਹਮੇਸ਼ਾ ਹੀ ਪਿੱਛੇ ਰਿਹਾ ਮਾਲੀ ਤੌਰ 'ਤੇ, ਕਿਸਾਨੀ ਹੈ ਜਿਹੜੀ ਇਸ ਖਿੱਤੇ ਦੀ ਡੁੱਬੀ ਰਹੀ ਹੈ ਜਾਂ ਕਾਟਨ ਬੈਲਟ ਕਹਿ ਲੈਂਦੇ ਜਿਸ ਨੂੰ ਆਪਾਂ, ਇਹਦੇ ਵਿੱਚ ਫਿਰੋਜ਼ਪੁਰ ਡਿਵੀਜ਼ਨ ਪੈਂਦੀ ਹੈ ਔਰ ਇਹਨਾਂ 'ਚ ਜਿਹੜੇ 60,000 ਡਿਫਾਲਟਰ ਕਿਸਾਨ ਹੈ ਉਹਨਾਂ ਦੇ ਵਿੱਚੋਂ 30,000 ਡਿਫਾਲਟਰ ਕਿਸਾਨ ਇਕੱਲੇ ਮਾਲਵਾ ਖਿੱਤੇ ਦੇ ਆਪਾਂ ਕਹਿ ਲਈਏ ਕਿ ਫਿਰੋਜ਼ਪੁਰ ਡਿਵੀਜ਼ਨ ਦੇ ਹੈਗੇ ਨੇ, ਕਾਟਨ ਬੈਲਟ ਦੇ ਨੇ, ਜਿਨ੍ਹਾਂ ਸਿਰ 1150 ਕਰੋੜ ਰੁਪਏ ਦਾ ਕਰਜ਼ਾ ਹੈ। ਤਾਂ ਹੁਣ ਬੈਂਕਾਂ ਨੇ ਆਪਣੇ ਫੀਲਡ ਸਟਾਫ ਨੂੰ ਇਹ ਹਦਾਇਤਾਂ ਦਿੱਤੀਆਂ ਨੇ ਕਿ ਇਹਨਾਂ ਕਿਸਾਨਾਂ ਦੇ ਜਿਹੜੇ ਵੀ ਡਿਫਾਲਟਰ ਕਿਸਾਨ ਹੈ 2 ਤਰ੍ਹਾਂ ਦੇ ਹੁਕਮ ਹੋਏ ਨੇ। ਇੱਕ ਤਾਂ ਬੈਂਕਾਂ ਨੂੰ ਇਹ ਕਿਹਾ ਕਿ ਹਰ ਬੈਂਕ ਜਿਹੜੇ ਟੌਪ 10 ਹੈ ਵੱਡੇ ਡਿਫਾਲਟਰ ਨੇ ਉਹਨਾਂ ਦੀਆਂ ਸੂਚੀਆਂ ਤਿਆਰ ਕੀਤੀਆਂ ਜਾਣ। ਦੂਜਾ ਇਹ ਕਿਹਾ ਆਤਿਸ਼ ਉਹਨਾਂ ਨੂੰ ਕਿ ਜਿਹੜੇ ਡਿਫਾਲਟਰ ਕਿਸਾਨ ਹੈ ਉਹਨਾਂ ਦੇ ਸੇਲ ਦੇ ਕੇਸ ਹੈ ਜਿਹੜੇ ਉਹਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਵੇ,
ਤੇ ਨਾਲ ਪਤਾ ਲੱਗਿਆ ਕਿ ਉਹਨਾਂ ਦੇ ਅਰੈਸਟ ਵਾਰੰਟਾਂ ਦੀ ਜਿਹੜੀ ਪ੍ਰੋਸੈਸ ਹੈ ਉਹ ਵੀ ਕਿਸੇ ਨਾ ਕਿਸੇ ਸਟੇਜ ਤੇ ਸ਼ੁਰੂ ਕੀਤਾ ਹੈ। ਇੱਥੋਂ ਤੱਕ ਮੈਨੂੰ ਪਤਾ ਲੱਗਾ, ਜਿਸ ਦੀ ਇੱਕ ਅਧਿਕਾਰੀ ਨੇ ਪੁਸ਼ਟੀ ਵੀ ਕੀਤੀ ਹੈ, ਕਿ ਜਲਾਲਾਬਾਦ ਔਰ ਫਿਰੋਜ਼ਪੁਰ ਦੇ ਵਿੱਚ 2 ਕਿਸਾਨਾਂ ਨੂੰ ਪਿਛਲੇ 2 ਦਿਨਾਂ ਦੇ ਵਿੱਚ ਖੇਤੀ ਵਿਕਾਸ ਬੈਂਕਾਂ ਨੇ ਫੜ ਵੀ ਲਿਆ ਸੀਗਾ। ਉਹਨਾਂ ਨੂੰ ਉਹਨਾਂ ਦੇ ਪਿੰਡਾਂ ਦੇ ਵਿੱਚੋਂ, ਉਹਨਾਂ ਦੇ ਘਰਾਂ ਦੇ ਵਿੱਚੋਂ ਇੱਕ ਤਰੀਕੇ ਨਾਲ ਅਰੈਸਟ ਕਰਕੇ ਲੈ ਆਏ ਸੀ। ਇਹ ਵੱਖਰੀ ਗੱਲ ਹੈ ਕਿ ਬਾਅਦ ਦੇ ਵਿੱਚ ਜਿਹੜੇ ਅਸਿਸਟੈਂਟ ਰਜਿਸਟਰਾਰ ਹੁੰਦੇ ਆ ਕੋਆਪਰੇਟਿਵ ਡਿਪਾਰਟਮੈਂਟ ਦੇ, ਉਹਨਾਂ ਦੇ ਜਦੋਂ ਕੋਲ ਉਹਨਾਂ ਨੂੰ ਪੇਸ਼ ਕੀਤਾ ਗਿਆ ਤਾਂ ਉਹਨਾਂ ਦੇ ਨਾਲ ਉਹਨਾਂ ਦੀ ਸੈਟਲਮੈਂਟ ਹੋ ਗਈ ਕਿ ਅਸੀਂ ਆਪਣੀ ਜਿਹੜੀ ਕਿਸ਼ਤ ਹੈ ਉਹਨਾਂ ਨੇ ਟਾਈਮ ਲੈ ਲਿਆ ਕਿ ਇੰਨੇ ਦਿਨਾਂ ਤੱਕ ਭਰ ਦੇਵਾਂਗੇ। ਇਸ ਤੋਂ ਇੱਕ ਗੱਲ ਤਾਂ ਸਾਫ਼ ਹੁੰਦੀ ਹੈ ਕਿ ਜਿਹੜੀ PADB ਬੈਂਕ ਹੈ, ਜਿਹਨੂੰ ਖੇਤੀ ਵਿਕਾਸ ਬੈਂਕ ਕਹਿੰਦੇ ਆ, ਕਿ ਉਹਨਾਂ ਨੇ ਇੱਕ ਆਪਣਾ ਪ੍ਰੋਸੈਸ ਦਾ ਜਿਹੜਾ ਸਖਤੀ ਵਾਲਾ ਐਕਸ਼ਨ ਲੈਣ ਵਾਲਾ ਜਿਹੜਾ ਸ਼ੁਰੂ ਕਰ ਚੁੱਕੇ ਨੇ। ਤੇ ਆਉਂਦੇ ਦਿਨਾਂ ਦੇ ਵਿੱਚ ਨਾਲ ਹੀ ਜਿਹੜੀ ਜਦੋਂ ਇਹਨਾਂ ਗੱਲਾਂ ਦਾ ਕਿਸਾਨ ਧਿਰਾਂ ਨੂੰ ਪਤਾ ਲੱਗੇਗਾ ਤਾਂ ਇਸ ਗੱਲ ਦਾ ਵਿਰੋਧ ਵੀ ਹੋਏਗਾ। ਪਰ ਇਹ ਆਪਾਂ ਨੂੰ ਸ਼ਨਾਖਤ ਕਰਨੀ ਹੋਏਗੀ ਕਿ ਆਦਮੀ ਜਿਹੜਾ ਆਮ ਕਿਸਾਨ ਹੈ ਜਾਂ ਕਿਸੇ ਪੋਲੀਟੀਕਲ ਬੈਕਗਰਾਊਂਡ ਵਾਲਾ ਹੈ ਜਾਂ ਸਰਦਾ ਪੁੱਜਦਾ ਹੈ ਜਾਂ ਵੱਡਾ ਕਿਸਾਨ ਹੈ, ਧਨਾੜ ਕਿਸਾਨ ਹੈ ਜਾਂ ਪਾਵਰਫੁੱਲ ਕਿਸਾਨ ਹੈ, ਕੀ ਉਹ ਜਾਣਬੁੱਝ ਕੇ ਨਹੀਂ ਭਰ ਰਿਹਾ ਜਾਂ ਉਹਦੇ ਵਿੱਚ ਪਹੁੰਚ ਨਹੀਂ ਰਹੀ। ਇਹ ਦੋਨਾਂ ਗੱਲਾਂ ਨੂੰ ਅਲੱਗ-ਅਲੱਗ ਕਰਕੇ ਸਾਨੂੰ ਦੇਖਣਾ ਹੋਏਗਾ। ਵੈਸੇ ਤਾਂ ਸ਼ੁਰੂ ਤੋਂ ਇਹ ਰਿਹਾ ਕਿ ਸਰਦੇ ਪੁੱਜਦੇ ਜਿਹੜੇ ਲੋਕ ਨੇ ਉਹ ਜਾਣਬੁੱਝ ਕੇ ਕਿਸੇ ਵੀ ਤਰ੍ਹਾਂ ਦੇ ਟੈਕਸ ਹੈ ਉਹ ਪੇ ਨਹੀਂ ਕਰਦੇ। ਹੁਣ ਆਪਾਂ ਐਕਸਾਈਜ਼ ਡਿਪਾਰਟਮੈਂਟ ਦੀ ਜੇ ਗੱਲ ਕਰੀਏ, ਉਹਨਾਂ ਦੀ ਜਿਹੜੀਆਂ ਵੱਡੀਆਂ ਸ਼ਰਾਬ ਦੀਆਂ ਕੰਪਨੀਆਂ ਨੇ, ਉਹਨਾਂ ਵੱਲ ਪਿਛਲੇ 3-4 ਸਾਲ ਤੋਂ 350 ਕਰੋੜ ਰੁਪਏ ਦਾ ਜਿਹੜਾ ਪੁਰਾਣੇ ਜਿਹੜੇ ਬਕਾਏ ਖੜੇ ਨੇ, ਉਹਨਾਂ 'ਤੇ ਕਿਤੇ ਕੋਈ ਸਖਤੀ ਨਹੀਂ ਹੋਈ। ਉਹਨਾਂ ਨੂੰ ਕਦੇ ਕੋਈ ਅਰੈਸਟ ਨਹੀਂ ਕੀਤਾ। ਇਸ ਤਰ੍ਹਾਂ ਬੱਸ ਆਪਰੇਟਰਾਂ ਦੀ ਗੱਲ ਚੱਲਦੀ, ਜਦੋਂ ਰਾਜਾ ਵੜਿੰਗ ਬਣਦੇ ਨੇ ਟਰਾਂਸਪੋਰਟ ਮੰਤਰੀ, ਉਹ ਵੀ ਸਖਤੀ ਕਰਦੇ ਨੇ। ਤਾਂ ਉਹਦੇ ਵਿੱਚ ਵੀ ਕਈ ਘਰਾਣਿਆਂ ਦੇ ਅਸੀਂ ਉਹ ਲਿਸਟ 'ਤੇ ਨਜ਼ਰ ਮਾਰੀ ਹੈ, ਵੱਡੇ ਘਰਾਣਿਆਂ 'ਤੇ, ਜਿਹਦੇ ਵਿੱਚ ਉਸ ਟਾਈਮ ਦਾ ਇੱਕ ਸਾਬਕ ਵਜ਼ੀਰ ਵੀ ਸ਼ਾਮਲ ਸੀ। ਉਹਨਾਂ ਦੀਆਂ ਬੱਸਾਂ ਵੀ ਡਿਫਾਲਟਰ ਸੀ। ਇਹ ਤਾਂ ਠੀਕ ਹੈ ਵੀ ਚਲੋ ਇਹਨਾਂ ਨੇ ਪੈਰਵਾਈ ਕੀਤੀ ਅਤੇ ਉਹਨਾਂ ਦੇ ਨਾਂ ਸਾਹਮਣੇ ਆ ਗਏ, ਪਰ ਉਹਨਾਂ ਨੇ ਕਿੰਨੇ ਟਾਈਮ ਤੋਂ ਇੱਕ ਕੰਪਨੀ ਤਾਂ ਮੈਂ ਆਪ ਦੇਖਿਆ ਜਿਹੜੀ ਫਤਿਹਗੜ੍ਹ ਸਾਹਿਬ ਦੇ ਸਾਈਡ ਨਾਲ ਤਾਲੁਕ ਰੱਖਦੀ ਹੈ, 5 ਕਰੋੜ ਰੁਪਏ ਦਾ ਟੈਕਸ ਉਸ ਵੱਲ ਬਕਾਇਆ ਸੀਗਾ। ਤਾਂ ਇਸ ਤਰ੍ਹਾਂ ਦੇ ਬਹੁਤ ਸਾਰੇ RBI ਦਾ ਤਾਜ਼ਾ ਹੁਣ ਡਾਟਾ ਹੋਇਆ ਕਿ ਪਿਛਲੇ ਵਿੱਤੀ ਸਾਲ ਦੇ ਵਿੱਚ ਤਕਰੀਬਨ 2 ਲੱਖ ਕਰੋੜ ਦਾ ਜਿਹੜਾ ਕਰਜ਼ਾ ਹੈ ਉਹ ਰਾਈਟ ਆਫ ਕੀਤਾ ਵੱਡੀਆਂ ਕੰਪਨੀਆਂ ਦਾ। ਤਾਂ ਜੇ ਹੁਣ ਵੀ ਚੰਗਾ ਹੋਵੇ, ਖੇਤੀ ਵਿਕਾਸ ਬੈਂਕਾਂ ਦੀ ਕੋਈ ਮਜਬੂਰੀ ਹੋ ਸਕਦੀ ਹੈ ਕਿ ਉਹਨਾਂ ਨੂੰ ਵੀ ਪੈਰਾ ਸਿਰ ਹੋਣਾ ਹੈ, ਪਰ ਇਹਦੀ ਸ਼ੁਰੂਆਤ ਆਤਿਸ਼ ਤਾਹਾਂ ਤੋਂ ਹੋਣੀ ਚਾਹੀਦੀ ਹੈ। ਜਿਹੜੇ ਵੱਡੇ ਡਿਫਾਲਟਰ ਨੇ, ਕੋਈ ਪੋਲੀਟੀਕਲ ਸਰਦੇ ਪੁੱਜਦੇ ਡਿਫਾਲਟਰ ਨੇ, ਪਹਿਲਾਂ ਉਹਨਾਂ ਨੂੰ ਹੱਥ ਪਾਉਣਾ ਚਾਹੀਦਾ। ਇਹ ਨਾ ਹੋਵੇ ਕਿ ਪਹਿਲਾਂ ਜਿਹੜੇ ਸੈਂਕੜਿਆਂ ਵਾਲੇ ਆ ਉਹਨਾਂ ਦੀ ਫੜੋਫੜੀ ਸ਼ੁਰੂ ਕਰ ਦੇਣ। ਚਰਨਜੀਤ ਜੀ, ਜਦੋਂ ਆਪਾਂ ਗੱਲ ਡਿਫਾਲਟਰਾਂ ਦੀ ਕਰ ਰਹੇ ਹਾਂ ਤਾਂ ਦੂਜੇ ਪਾਸੇ ਬਿਜਲੀ ਬੋਰਡ ਨੇ ਵੀ ਕਹਿ ਦਿੱਤਾ ਵੀ ਕਿ ਅਸੀਂ ਡਿਫਾਲਟਰਾਂ ਖਿਲਾਫ ਕਾਰਵਾਈ ਕਰਾਂਗੇ। ਪਰ ਅੱਜ ਤੋਂ ਪਹਿਲਾਂ ਵੀ ਅਜਿਹੇ ਐਲਾਨ ਕਈ ਵਾਰ ਕੀਤੇ ਗਏ ਨੇ, ਨਾ ਤਾਂ ਉਹਨਾਂ ਡਿਫਾਲਟਰਾਂ ਖਿਲਾਫ ਕਾਰਵਾਈ ਹੋਈ ਹੈ, ਜੇਕਰ ਕੋਈ ਕਾਰਵਾਈ ਸ਼ੁਰੂ ਵੀ ਹੋਈ ਹੈ ਤਾਂ ਉਹ ਸਿਰੇ ਨਹੀਂ ਚੜ੍ਹ ਸਕੀ। ਇਸ ਬਾਰੇ ਵੀ ਜ਼ਰੂਰ ਚਾਨਣਾ ਪਾਓ। ਦੇਖੋ, ਇਸ ਵਾਰ ਸੀਨ ਜਿਹੜਾ ਹੋਰ ਤਰ੍ਹਾਂ ਦਾ ਹੈਗਾ। ਪਹਿਲਾਂ ਨੋ ਡਾਊਟ ਕਿ ਜਦੋਂ ਵੀ ਚੋਣਾਂ ਆਉਂਦੀਆਂ ਨੇ ਤਾਂ ਬਿਜਲੀ ਚੋਰੀ ਵੀ ਵੱਧ ਜਾਂਦੀ ਹੈਗੀ ਹੈ ਔਰ ਡਿਫਾਲਟਰਾਂ ਦੀ ਜਿਹੜੀ ਗਿਣਤੀ ਹੈ ਉਹ ਵੀ ਵਧ ਜਾਂਦੀ ਹੈਗੀ ਹੈ। ਪਰ ਇਸ ਵਾਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜੀ 2 ਕਿਲੋਵਾਟ ਤੱਕ ਦੇ ਜਿਹੜੇ 31 ਦਸੰਬਰ 2021 ਤੱਕ ਵਾਲੇ ਡਿਫਾਲਟਰ ਸੀ, ਉਹਨਾਂ ਦੇ ਜਿਹੜੇ ਬਕਾਏ ਹੈ ਉਹ ਮਾਫ ਕਰਨ ਦਾ ਫੈਸਲਾ ਕਰ ਲਿਆ। ਬਿਲਕੁਲ। ਜਿਹੜੀ 300 ਯੂਨਿਟ ਬਿਜਲੀ ਮੁਫਤ ਦਿੱਤੀ ਹੈ ਉਹ ਵੱਖਰਾ ਇਸ਼ੂ ਹੈ। ਤਾਂ ਇਹਦੇ ਵਿੱਚ 920 ਕਰੋੜ ਰੁਪਏ ਦੇ ਜਿਹੜੇ ਬਕਾਏ ਹੈ ਉਹ ਮਾਫ ਹੋਏ ਨੇ। ਇਸ ਤੋਂ ਪਹਿਲਾਂ ਚੰਨੀ ਸਰਕਾਰ ਨੇ ਵੀ ਬਕਾਏ ਮਾਫ ਕੀਤੇ ਸੀਗੇ, ਤਾਂ ਉਹਦੇ ਵਿੱਚ ਵੀ ਮੈਨੂੰ ਲੱਗਦਾ 1500 ਕਰੋੜ ਰੁਪਏ ਦੇ ਬਕਾਏ ਉਸ ਟਾਈਮ ਮਾਫ ਹੋਏ ਸੀ। ਤਾਂ ਹੁਣ ਅੱਗੇ ਫੈਸਲਾ ਇਹ ਲੱਗਿਆ ਕਿ ਪਾਵਰਕੌਮ ਦੀ ਜਿਹੜੀ ਮਾਲੀ ਸਥਿਤੀ ਹੈ ਉਹ ਬਹੁਤੀ ਚੰਗੀ ਨਹੀਂ ਹੈ, ਕਿਉਂਕਿ ਸਬਸਿਡੀਆਂ ਦਾ ਭਾਰ ਹੈ ਜਿਹੜਾ ਪਾਵਰਕੌਮ 'ਤੇ ਦਿਨ ਬ ਦਿਨ ਜਿਹੜਾ ਵੱਧਦਾ ਜਾ ਰਿਹਾ ਹੈ। ਔਰ ਪੰਜਾਬ ਸਰਕਾਰ ਪੁਰਾਣੀਆਂ ਸਬਸਿਡੀਆਂ ਜਿਹੜੀਆਂ ਰਿਲੀਜ਼ ਨਹੀਂ ਕਰ ਰਹੀ। 8500 ਕਰੋੜ ਰੁਪਏ ਦੀ ਸਬਸਿਡੀ ਅਜੇ ਪੰਜਾਬ ਸਰਕਾਰ ਤੋਂ ਪਾਵਰਕੌਮ ਨੇ ਲੈਣੀ ਹੈ ਪਿਛਲੇ ਵਰ੍ਹੇ ਦੀ, ਔਰ ਮੌਜੂਦਾ ਹਜੇ ਚੱਲ ਰਹੀਆਂ ਨੇ। ਚੰਨੀ ਸਰਕਾਰ ਨੇ ਬਹੁਤ ਸਾਰੀਆਂ ਮਾਫੀਆਂ ਦਿੱਤੀਆਂ ਸੀ, ਉਹਦੇ ਬਕਾਏ ਵੀ ਹਲੇ ਖੜੇ ਨੇ। ਅਤੇ ਹੁਣ ਜਿਹੜੇ ਜੋ 2 ਕਿਲੋਵਾਟ ਵਾਲੇ ਦੇ ਬਕਾਏ ਮਾਫ ਕਰ ਦਿੱਤੇ ਡਿਫਾਲਟਰਾਂ ਦੇ, ਤਾਂ ਹੁਣ ਇਹ ਬਿਜਲੀ ਮੰਤਰੀ ਨੇ ਫੈਸਲਾ ਕੀਤਾ ਹੈ ਕਿ ਜਿਹੜੇ ਵੀ ਡਿਫਾਲਟਰ ਨੇ, ਇਹਨਾਂ ਤੋਂ ਬਿਨਾਂ ਡਿਫਾਲਟਰ ਰਹਿ ਗਏ 2 ਕਿਲੋਵਾਟ ਤੋਂ ਇਲਾਵਾ, ਤਾਂ ਉਹਨਾਂ ਤੋਂ 15 ਦਿਨਾਂ ਦੇ ਅੰਦਰ ਅੰਦਰ ਜਿਹੜੀ ਹੈਗੀ ਹੈ ਉਹ ਬਕਾਇਆ ਵਸੂਲ ਕੀਤਾ ਜਾਵੇ। ਤਾਂ ਉਹਦੇ ਵਿੱਚ ਹੁਣ ਪਹਿਲਾਂ ਤਾਂ ਇਹ ਹੈ ਕਿ ਉਹਨਾਂ ਦੀ ਆਈਡੈਂਟੀਫਿਕੇਸ਼ਨ ਹੋਏਗੀ 3 ਦਿਨਾਂ ਦੇ ਵਿੱਚ। ਉਸ ਤੋਂ ਬਾਅਦ ਉਹਨਾਂ ਨੂੰ ਪ੍ਰੇਰਿਆ ਜਾਏਗਾ, ਟਾਈਮ ਦਿੱਤਾ ਜਾਏਗਾ। ਜੇ ਉਹ ਆਪਣੇ ਬਕਾਏ ਨਹੀਂ ਤਾਰਨਗੇ ਤਾਂ ਉਹਨਾਂ ਦੀ ਜਿਹੜੀ ਬਿਜਲੀ ਦੇ ਕਨੈਕਸ਼ਨ ਹੈ ਉਹ ਕੱਟੇ ਜਾਣਗੇ। ਤਕਰੀਬਨ 4000 ਕਰੋੜ ਰੁਪਏ ਦੇ ਜਿਹੜੇ ਬਕਾਏ ਹੈ ਡਿਫਾਲਟਰਾਂ ਵੱਲ ਰੁਕੇ ਹੋਏ ਨੇ, ਜਿਹਦੇ ਵਿੱਚੋਂ 2500 ਕਰੋੜ ਰੁਪਈਆ ਸਰਕਾਰੀ ਡਿਪਾਰਟਮੈਂਟਸ ਦਾ ਹੈਗਾ ਔਰ 1500 ਕਰੋੜ ਰੁਪਏ ਦਾ ਜਿਹੜਾ ਹੈਗਾ ਡਿਫਾਲਟਿੰਗ ਅਮਾਊਂਟ ਉਹ ਆਮ ਖਪਤਕਾਰਾਂ ਦੀ, ਘਰੇਲੂ ਖਪਤਕਾਰਾਂ ਵੱਲ ਖੜੀ ਹੈਗੀ ਹੈ। ਮਸਲਾ ਇਕੱਲਾ ਇੱਥੇ ਨਹੀਂ ਹੈਗਾ ਕਿ
ਇਕੱਲਾ ਡਿਫਾਲਟਿੰਗ ਅਮਾਊਂਟ ਦਾ ਹੈਗਾ, ਇਹ ਬਿਜਲੀ ਚੋਰੀ ਨਾਲ ਸਿੱਧੇ ਤੌਰ 'ਤੇ ਜੁੜਿਆ ਹੋਇਆ ਹੈਗਾ। ਜੀ। ਕਿਉਂਕਿ ਬਿਜਲੀ ਚੋਰੀ ਹੁੰਦੀ ਹੈ, ਡਿਫਾਲਟਿੰਗ ਅਮਾਊਂਟ ਖੜੀ ਹੋ ਜਾਂਦੀ ਹੈ, ਤਾਂ ਉਸ ਤੋਂ ਬਾਅਦ ਅਗਲਾ ਕੁੰਡੀਆਂ ਲਾਉਣੀਆਂ ਸ਼ੁਰੂ ਕਰ ਦਿੰਦਾ ਹੈ। ਬਲਕਿ ਮੈਂ ਪਿਛਲੀਆਂ ਕੁਝ ਪਾਰਟੀਆਂ ਤਾਂ ਇੱਦਾਂ ਵੀ ਦੇਖਦਾ ਰਹੀਆਂ ਜਿਹਦੇ ਚੰਗੇ ਚੰਗੇ ਨੇਤਾ ਜਿਹੜੇ ਸਟੇਜਾਂ ਤੋਂ ਇਹ ਐਲਾਨ ਕਰਦੇ ਨੇ ਕਿ ਹੁਣ ਤੁਹਾਡੀ ਆਪਣੀ ਪਾਰਟੀ ਦੀ ਸਰਕਾਰ ਹੈ, ਜਾਂ ਹੁਣ ਤੁਹਾਡੀ ਪਾਰਟੀ ਦੀ ਸਰਕਾਰ ਆ ਜਾਣੀ ਹੈ ਕਿ ਤੁਸੀਂ ਸਿੱਧੀਆਂ ਕੁੰਡੀਆਂ ਲਾਓ, ਤੁਹਾਨੂੰ ਕੋਈ ਫੜੇਗਾ ਨਹੀਂ। ਜੀ। ਜਦੋਂ ਸਰਕਾਰਾਂ ਜਾਂ ਪੋਲੀਟੀਕਲ ਪਾਰਟੀਆਂ ਖੁਦ ਇਸ ਤਰ੍ਹਾਂ ਲੋਕਾਂ ਨੂੰ ਮੋਟੀਵੇਟ ਕਰਨ ਬਿਜਲੀ ਚੋਰੀ ਲਈ, ਤਾਂ ਫਿਰ ਉਹ ਨੈਚੁਰਲੀ ਹੈ ਕਿ ਬਿਜਲੀ ਦੀ ਘਾਟਾ ਹੈ ਜਿਹੜਾ ਉਹ ਦਿਨ ਬ ਦਿਨ ਵਧੇਗਾ। ਤਾਂ ਬਿਜਲੀ ਬੋਰਡ ਨੇ ਹੁਣ ਪਿਛਲੇ 10 ਦਿਨਾਂ ਦੇ ਵਿੱਚ ਜੋ ਟੋਟਲ 2021 ਦੇ ਆਪਣੇ ਵਿੱਤੀ ਘਾਟਿਆਂ 'ਤੇ ਨਜ਼ਰ ਮਾਰੀ ਹੈ, ਤਾਂ ਉਹਦੇ ਨਾਲ ਜਿਹੜੇ ਟੈਕਨੀਕਲ ਲੋਸਿਸ ਹੈ ਜਾਂ ਬਿਜਲੀ ਚੋਰੀ ਆ ਉਹਨਾਂ ਦਾ ਲੇਖਾ ਜੋਖਾ ਕੀਤਾ ਹੈ। ਤਾਂ ਪੰਜਾਬ ਦੀਆਂ ਆਤਿਸ਼ 20 ਜਿਹੜੀਆਂ ਡਿਵੀਜ਼ਨਾਂ ਸਾਹਮਣੇ ਆਈਆਂ ਜਿੱਥੇ 35% ਤੋਂ ਲੈ ਕੇ ਜਿਹੜੀ 83% ਤੱਕ ਬਿਜਲੀ ਚੋਰੀ ਹੋ ਰਹੀ ਹੈ। ਜੀ। ਇਹ ਸਾਰੇ BIP ਹਲਕੇ ਨੇ, ਔਰ ਇਹਨਾਂ 'ਚੋਂ 10 ਹਲਕੇ 10 ਡਿਵੀਜ਼ਨਾਂ ਤਾਂ ਉਹ ਨੇ ਜਿੱਥੇ 50% ਬਿਜਲੀ ਚੋਰੀ ਹੁੰਦੀ ਹੈ। ਜਿਵੇਂ ਸਭ ਤੋਂ ਟੌਪ 'ਤੇ ਪਾਵਰਕੌਮ ਨੇ ਆਪਣੇ ਰਿਕਾਰਡ ਦੇ ਵਿੱਚ, ਜਿੱਥੇ ਟੈਕਨੀਕਲ ਲੋਸ ਹੈ ਜਾਂ ਬਿਜਲੀ ਚੋਰੀ ਜਿਹਨੂੰ ਮੰਨਦੇ ਨੇ ਉਹ ਰੂਰਲ ਦੇ ਵਿੱਚ, ਉਹ ਭਿੱਖੀਵਿੰਡ ਨੂੰ ਰੱਖਿਆ ਹੋਇਆ ਜਿੱਥੇ 83% ਬਿਜਲੀ ਚੋਰੀ ਹੁੰਦੀ ਹੈ। ਇਸ ਤਰ੍ਹਾਂ ਉਹਦੇ ਇਸੇ ਕੈਟਾਗਰੀ 'ਚ ਪੱਟੀ ਆਉਂਦਾ ਹੈਗਾ, ਜੀਰਾ ਆਉਂਦਾ ਹੈ, ਰਾਮਪੁਰਾ ਆਉਂਦਾ ਹੈ, ਦਿੜਵਾ ਆਉਂਦਾ ਹੈ, ਸੁਨਾਮ ਆਉਂਦਾ ਹੈ, ਲਹਿਰਾ ਗਾਗਾ ਆ ਰਿਹਾ ਹੈ ਉਹਦੇ 'ਚ, ਅਤੇ ਲੰਬੀ ਆ ਰਿਹਾ ਹੈ, ਅਤੇ ਮਲੋਟ ਆਉਂਦਾ ਹੈਗਾ। ਅਤੇ ਬਹੁਤੇ ਤਾਂ BIP ਹਲਕੇ ਆਤਿਸ਼ ਮੈਂ ਪਿਛਲੇ ਟਾਈਮ ਰਿਪੋਰਟਿੰਗ ਦੇ ਟਾਈਮ ਦੇਖਦਾ ਰਿਹਾ ਕਿ ਜਿਹੜੇ ਇੱਕ ਤਰ੍ਹਾਂ ਦਾ ਗੁਨਾਹ ਸਮਝਦੇ ਸੀਗੇ ਬਿਜਲੀ ਬਿੱਲ ਭਰਨ ਨੂੰ। ਜੀ। ਲੰਬੀ ਹਲਕੇ ਦੇ ਵਿੱਚ ਤਾਂ ਪੂਰੀ ਖੁੱਲ੍ਹੀ ਛੁੱਟੀ ਦਿੱਤੀ ਹੁੰਦੀ ਸੀ, ਨਾ ਉੱਥੇ ਕਦੇ ਕਿਸੇ ਦਾ ਕੋਈ ਕਨੈਕਸ਼ਨ ਕੱਟਿਆ ਜਾਂਦਾ ਸੀਗਾ। ਤਾਂ ਇਹ ਬਿਜਲੀ ਚੋਰੀ ਰੋਕਣਾ ਵੀ ਇੱਕ ਵੱਡਾ ਮਸਲਾ ਹੈਗਾ। ਇਹ ਪਰਖ ਦੀ ਘੜੀ ਵੀ ਹੋਏਗੀ ਆਪ ਸਰਕਾਰ ਦੇ ਲਈ ਕਿ ਉਹ ਬਿਜਲੀ ਦੀ ਚੋਰੀ ਨੂੰ ਕਿੰਨਾ ਕੁ ਠੱਲ ਪਾਉਂਦੇ ਨੇ। ਜੇ ਉਸੇ ਤਰ੍ਹਾਂ ਹੀ ਚੱਲਦਾ ਹੈਗਾ ਤਾਂ ਫਿਰ ਇਸ ਸਰਕਾਰ ਦੇ ਵਿੱਚ ਕੀ ਫਰਕ ਹੋਏਗਾ। ਅਤੇ ਇਹ ਸਾਡੇ ਪੋਲੀਟੀਸ਼ੀਅਨਾਂ ਨੇ ਖੁੱਲ੍ਹਾਂ ਦਿੱਤੀਆਂ ਨੇ, ਅਤੇ ਹੁਣ ਪੋਲੀਟੀਸ਼ੀਅਨਾਂ ਨੂੰ ਜਿਹੜੀ ਤੜਾਮ ਹੈ ਉਹ ਕੱਸਣੀ ਪਏਗੀ। ਇਹ ਕੋਈ ਸ਼ੱਕ ਨਹੀਂ ਇਸ ਗੱਲ 'ਚ ਕਿ ਬਹੁਤ ਸਾਰੇ ਜੈਨੂਅਨ ਕੇਸ ਹੋ ਸਕਦੇ ਨੇ ਕਿ ਜਿਨ੍ਹਾਂ 'ਚ ਇਹ ਪਹੁੰਚ ਨਾ ਹੋਵੇ, ਕਿਉਂਕਿ ਜਿਸ ਤਰ੍ਹਾਂ ਦਾ ਆਰਥਿਕ ਮਦਵਾੜਾ ਚੱਲ ਰਿਹਾ, ਬਹੁਤ ਸਾਰੇ ਲੋਕਾਂ ਤੋਂ ਬਿੱਲ ਨਹੀਂ ਪੇ ਹੁੰਦਾ ਅਤੇ ਉਹਨਾਂ ਦੇ ਕਨੈਕਸ਼ਨ ਕੱਟੇ ਵੀ ਜਾਂਦੇ ਨੇ। ਪਰ ਜਿਹੜੇ ਸਰਦੇ ਪੁੱਜਦੇ ਹੈ, ਪਹੁੰਚ ਵਾਲੇ ਲੋਕ ਹੈ, ਉਹਨਾਂ ਨੂੰ ਪ੍ਰਾਇਓਰਟੀ 'ਤੇ ਲੈਣਾ ਚਾਹੀਦਾ, ਜਿਸ ਤਰ੍ਹਾਂ ਆਪਾਂ ਬੈਂਕਾਂ ਦੇ ਕਰਜ਼ੇ ਦੀ ਗੱਲ ਕੀਤੀ। ਚਰਨਜੀਤ ਜੀ, ਗੱਲ ਕਰੀਏ ਤਾਂ 2 ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਵਿਚਕਾਰ ਜਿਹੜਾ ਹੈਗਾ ਦਰਿਆਈ ਪਾਣੀ ਦਾ ਮਸਲਾ ਜਿਹੜਾ ਹੈਗਾ ਮੁੜ ਭੱਕ ਕੇ ਸਾਹਮਣੇ ਆ ਰਿਹਾ। ਬਹੁਤ ਵੱਡੇ ਪੱਧਰ 'ਤੇ ਸਿਆਸੀ ਧਿਰਾਂ ਇੱਕ ਦੂਜੇ ਨੂੰ ਟਾਰਗੇਟ ਕਰ ਰਹੀਆਂ ਨੇ। ਅਸੀਂ ਜਾਣਨਾ ਚਾਹਾਂਗੇ ਕਿ ਇਹ ਸਿਆਸੀ ਪਾਰਟੀਆਂ ਜਿਹੜੀਆਂ ਨੇ ਜਾਂ ਸਿਆਸੀ ਆਗੂ ਨੇ, ਇਹ ਸੱਚਮੁੱਚ ਜਿਹੜਾ ਹੈਗਾ ਇਸ ਮਸਲੇ ਦਾ ਨਿਪਟਾਰਾ ਕਰਨੀਆਂ ਚਾਹੁੰਦੀਆਂ ਨੇ ਕਿ ਇਸ 'ਤੇ ਰਾਜਨੀਤੀ ਕਰ ਰਹੀਆਂ? ਵੈਸੇ ਤਾਂ ਜੇ ਆਪਾਂ ਪਿਛਲਾ ਇਹਨਾਂ ਦਾ ਟਰੈਕ ਰਿਕਾਰਡ ਦੇਖੀਏ ਸਿਆਸੀ ਜਮਾਤ ਦਾ, ਚਾਹੇ ਉਹ ਨੈਸ਼ਨਲ ਪਾਰਟੀ ਹੈ, ਚਾਹੇ ਹਰਿਆਣੇ ਦੀ ਹੈ, ਚਾਹੇ ਪੰਜਾਬ ਦੀ ਹੈਗੀ ਹੈ, ਤਾਂ ਉਹ ਤੋਂ ਦੇਖ ਕੇ ਤਾਂ ਆਤਿਸ਼ ਇਹੀ ਲੱਗਦਾ ਹੈ ਕਿ ਇਹ ਜਿਹੜੀਆਂ ਪੋਲੀਟੀਕਲ ਕਲਾਸ ਹੈ ਇਹ ਦਰਿਆਈ ਪਾਣੀਆਂ ਦਾ ਮਸਲਾ ਹੱਲ ਹੀ ਨਹੀਂ ਕਰਨਾ ਚਾਹੁੰਦੀ। ਇਹ ਸਿੰਸੀਅਰ ਹੀ ਨਹੀਂ ਇਸ ਪਾਸੇ। ਇਹਨਾਂ ਨੂੰ ਲੱਗਦਾ ਕਿ ਸੱਤਾ ਨੂੰ ਹਾਸਲ ਕਰਨ ਦਾ ਇਹ ਬਹੁਤ ਵੱਡਾ ਜ਼ਰੀਆ ਹੈਗਾ। ਜੇ ਸੱਚਮੁੱਚ ਇਹ ਪੋਲੀਟੀਕਲ ਲੋਕ ਗੰਭੀਰ ਹੁੰਦੇ, ਸੰਜੀਦਾ ਹੁੰਦੇ, ਤਾਂ ਪੰਜਾਬ ਦੇ ਜਿਹੜੇ ਮਸਲੇ ਨੇ, ਬੁਨਿਆਦੀ ਮਸਲੇ ਨੇ, ਚੰਡੀਗੜ੍ਹ ਦਾ ਮਸਲਾ ਹੋ ਗਿਆ, ਪਾਣੀਆਂ ਦਾ ਹੋ ਗਿਆ, ਜਾਂ ਪੰਜਾਬੀ ਬੋਲਦੇ ਇਲਾਕਿਆਂ ਦਾ ਹੋ ਗਿਆ ਮਸਲਾ, ਤਾਂ ਅਜੇ ਤੱਕ ਨਜਿੱਠਿਆ ਜਾਣਾ ਸੀ। ਪਰ ਇਹ ਨਹੀਂ ਚਾਹੁੰਦੇ। ਹੁਣ ਤਾਜ਼ਾ ਜਿਹੜਾ ਵਿਵਾਦ ਇਹਨਾਂ ਨੇ ਉੱਠਿਆ ਹੈਗਾ ਉਹ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਦਾ ਰਾਜ ਸਭਾ ਮੈਂਬਰ ਡਾਕਟਰ ਸੁਸ਼ੀਲ ਕੁਮਾਰ ਹੈ, ਉਹਨਾਂ ਨੇ ਕੱਲ੍ਹ ਪਰਸੋਂ ਇੱਕ ਬਿਆਨ ਦਿੱਤਾ ਸੀ ਜਿਹਦੇ ਵਿੱਚ ਉਹਨੇ ਹਰਿਆਣਾ ਦਾ ਪੱਖ ਪੂਰਿਆ ਸੀਗਾ। ਨੋ ਡਾਊਟ, ਨੈਚੁਰਲੀ ਜਿਹੜੀ ਸਟੇਟ ਨੂੰ ਕੋਈ ਬਿਲੋਂਗ ਕਰਦਾ ਹੈ, ਜੇ ਅਸੀਂ ਪੰਜਾਬ ਦਾ ਖਾਂਦੇ ਤਾਂ ਅਸੀਂ ਪੰਜਾਬ ਦੇ ਹਿੱਤਾਂ ਦੀ ਗੱਲ ਕਰਾਂਗੇ, ਤਾਂ ਜੋ ਹਰਿਆਣੇ ਦਾ ਹੈ ਤਾਂ ਉਹ ਨੈਚੁਰਲੀ ਹਰਿਆਣੇ ਦੀ ਗੱਲ ਕਰਨਗੇ। ਇਹਦੇ ਵੀ ਕੋਈ ਅਲੋਕਾਰੀ ਗੱਲ ਨਹੀਂ, ਕਿਉਂਕਿ ਭੁਪਿੰਦਰ ਸਿੰਘ ਹੁੱਡਾ ਵੀ ਤਾਂ ਇਹੀ ਗੱਲ ਕਰਦੇ ਨੇ। ਕਾਂਗਰਸ ਪਾਰਟੀ ਦੇ ਨੁਮਾਇੰਦੇ ਆ ਜਿਹੜੇ ਉਹਨਾਂ ਦੇ, ਉਹ ਵੀ ਇਹੀ ਗੱਲ ਕਰਦੇ ਨੇ। ਇਹ ਠੀਕ ਹੈ ਕਿ ਆਮ ਆਦਮੀ ਪਾਰਟੀ ਨੂੰ ਬਿਲਕੁਲ ਆਪਣਾ ਸਟੈਂਡ ਹੈ ਜਿਹੜਾ ਲੋਕਾਂ ਦੇ ਅੱਗੇ ਰੱਖਣਾ ਚਾਹੀਦਾ ਹੈ, ਤਾਂ ਕਿ ਲੋਕਾਂ ਦੇ ਵਿੱਚ ਕਿਸੇ ਕਿਸਮ ਦਾ ਕੋਈ, ਪੰਜਾਬ ਦੇ ਲੋਕਾਂ ਦੇ ਵਿੱਚ ਤੌਖਲਾ ਨਾ ਰਹੇ, ਕੋਈ ਕਿਸੇ ਕਿਸਮ ਦਾ ਖਦਸ਼ਾ ਨਾ ਰਹੇ। ਤਾਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਹੈ, ਜਾਂ ਆਪਾਂ ਕਹਿ ਲਈਏ ਕਿ ਇਹਨਾਂ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਹੈ, ਜਦੋਂ ਵਿਰੋਧੀ ਪਾਰਟੀਆਂ ਕਹਿ ਰਹੀਆਂ ਨੇ ਤਾਂ ਤੁਹਾਨੂੰ ਆਪਣਾ ਪੱਖ ਤਾਂ ਰੱਖ ਹੀ ਸਕਦੇ ਹਾਂ ਕਿ ਪਾਣੀਆਂ ਦੇ ਮਸਲੇ 'ਤੇ ਸਾਡੀ ਪਾਰਟੀ ਦਾ ਕੀ ਸਟੈਂਡ ਹੋਏਗਾ, ਅਸੀਂ ਕਿਹੜੇ ਪਾਸੇ ਖੜਾਂਗੇ, ਅਸੀਂ ਪੰਜਾਬ ਸਾਈਡ ਖੜਾਂਗੇ, ਹਰਿਆਣਾ ਸਾਈਡ ਖੜਾਂਗੇ, ਕਿਸ ਤਰ੍ਹਾਂ ਇਸ ਦਾ ਨਿਪਟਾਰਾ ਕਰਾਂਗੇ। ਤਾਂ ਅੱਜ ਵਿੱਤ ਮੰਤਰੀ ਹਰਪਾਲ ਚੀਮਾ ਨੇ ਚਾਹੇ ਕਿਹਾ ਕਿ ਅਸੀਂ ਜਾਨ ਵਾਰ ਦਿਆਂਗੇ ਪਰ ਪਾਣੀ ਦੀ ਇੱਕ ਬੂੰਦ ਨਹੀਂ ਜਾਣ ਦਿਆਂਗੇ। ਇਹ ਬੂੰਦ ਵਾਲਾ ਜਿਹੜਾ ਬਿਆਨ ਹੈ ਇਹ ਸਾਨੂੰ ਕਈ ਦਹਾਕਿਆਂ ਤੋਂ ਸੁਣਨ ਨੂੰ ਮਿਲਦਾ ਆ ਰਿਹਾ ਹੈਗਾ। ਕੁਰਸੀਆਂ ਹਾਸਲ ਕਰ ਲੈਂਦੇ ਨੇ। ਜਦੋਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਅਤੇ ਉੱਧਰ ਇਨੈਲੋ ਵਾਲੇ ਵੀ ਸੀਗੇ, ਅਤੇ ਇਨੈਲੋ ਵਾਲਿਆਂ ਨਾਲ ਚੌਟਾਲਾ ਪਰਿਵਾਰ ਨਾਲ ਜਿਹੜਾ ਬਾਦਲ ਪਰਿਵਾਰ ਦੀ ਖਾਸ ਸਾਂਝ ਹੈ,
ਇੰਨੀ ਸਾਂਝ ਹੈ ਕਿ ਚੌਧਰੀ ਦੇਵੀ ਲਾਲ ਦਾ ਬੁੱਤ ਹੈ ਜਿਹੜਾ, ਉਹ ਤੁਸੀਂ ਦੇਖੋ ਕਿੱਲਿਆਂ ਵਾਲੀ ਦੇ ਵਿੱਚ ਮੰਡੀ ਦੇ ਵਿੱਚ ਲੱਗਿਆ ਹੋਇਆ ਬਾਰਡਰ ਤੇ ਪੰਜਾਬ ਹਰਿਆਣਾ ਦੇ। ਉਹ ਵੀ ਪੰਜਾਬ ਸਰਕਾਰ ਨੇ ਆਪਣੇ ਖਰਚੇ ਤੇ ਲਾਇਆ। ਮੈਂ ਉਸ ਟਾਈਮ ਬਠਿੰਡਾ ਸੀ, ਮੇਰੀ ਯਾਦ ਹੈ 97-98 ਦੀਆਂ ਗੱਲਾਂ ਨੇ ਕਿ ਬਿਜਲੀ ਬੋਰਡ ਦੇ ਦਫ਼ਤਰ ਨੂੰ ਢਾਹ ਕੇ ਚੌਧਰੀ ਦੇਵੀ ਲਾਲ ਦਾ ਬੁੱਤ ਲਾਇਆ ਗਿਆ ਸੀ ਉਸ ਜਗ੍ਹਾ ਤੇ। ਇੱਕ ਬਹੁਤ ਵਾਲੀ ਸ਼ਾਨ ਹੈ ਜਿਹੜੀ, ਉਹ ਉੱਥੇ ਸਮਾਰਕ ਬਣਾਇਆ ਗਿਆ ਚੌਧਰੀ ਦੇਵੀ ਲਾਲ ਦਾ। ਬਣਨੇ ਚਾਹੀਦੇ, ਸਾਨੂੰ ਇਸ ਗੱਲ ਤੇ ਕੋਈ ਇਤਰਾਜ਼ ਨਹੀਂ, ਪਰ ਜਦੋਂ ਅਸੀਂ ਦੂਸਰੀਆਂ ਪਾਰਟੀਆਂ ਨੂੰ ਨਿਸ਼ਾਨੇ ਤੇ ਲੈਂਦੇ ਹਾਂ ਤਾਂ ਸਾਨੂੰ ਆਪਣਾ ਵੀ ਕਲੀਅਰ ਕਰਨਾ ਪਏਗਾ ਸਟੈਂਡ। ਠੀਕ ਹੈ, ਆਮ ਆਦਮੀ ਪਾਰਟੀ ਬਿਲਕੁਲ ਕਲੀਅਰ ਕਰੇ, ਦੱਸਣ ਮੁੱਖ ਮੰਤਰੀ ਕਿ ਉਹਨਾਂ ਦਾ ਕੀ ਪੈਂਤੜ ਹੈ, ਇਹ ਉਹਨਾਂ ਨੂੰ ਦੱਸਣਾ ਬਣਦਾ ਹੈ। ਔਰ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਦਾ ਵੀ ਦੱਸਣਾ ਬਣਦਾ ਹੈ ਕਿ ਜਦੋਂ ਪੰਜਾਬ ਦੇ ਵਿੱਚ ਬੇਅੰਤ ਸਿੰਘ ਦੀ ਸਰਕਾਰ ਸੀ ਤੇ ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਤਾਂ ਉਹਨਾਂ ਨੇ ਦਰਿਆਈ ਪਾਣੀਆਂ ਨੂੰ ਹੱਲ ਕਰਨ ਲਈ ਕੀ ਕੀਤਾ। ਬਿਲਕੁਲ ਇਹ ਵੀ ਦੱਸਣਾ ਬਣਦਾ ਕਿ ਜਦੋਂ ਸੈਂਟਰ ਦੇ ਵਿੱਚ ਵਾਜਪਾਈ ਦੀ ਸਰਕਾਰ ਸੀ 98 ਤੋਂ ਲੈ ਕੇ 2004 ਤੱਕ, ਔਰ ਪੰਜਾਬ ਦੇ ਵਿੱਚ ਉਹਨਾਂ ਦੇ ਭਾਈਵਾਲ ਸੀ ਸ਼੍ਰੋਮਣੀ ਅਕਾਲੀ ਦਲ, ਉਦੋਂ ਦਰਿਆਈ ਪਾਣੀਆਂ ਦਾ ਮਸਲਾ ਕਿਸ ਤਰ੍ਹਾਂ ਹੱਲ ਕੀਤਾ। 2006-07 ਦੇ ਵਿੱਚ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਤੇ ਉੱਪਰ UPA ਦੀ ਸਰਕਾਰ ਸੀ, ਉਦੋਂ ਇਹ ਮਸਲਾ ਕਿਸ ਤਰ੍ਹਾਂ ਹੱਲ ਕੀਤਾ। ਉਦੋਂ ਬਾਅਦ 2014 ਤੋਂ ਲੈ ਕੇ ਹੁਣ ਭਾਜਪਾ ਸਰਕਾਰ ਹੈ, ਉਹਦੇ ਭਾਈਵਾਲ ਨੇ ਤਕਰੀਬਨ 8 ਸਾਲ ਨਾਲ ਰਹੇ ਨੇ, ਤਾਂ ਇਹ ਦਰਿਆਈ ਪਾਣੀ ਦਾ ਮਸਲਾ ਹੱਲ ਕਰਨ ਲਈ ਕੀ ਕੀਤਾ ਜੀ। ਠੀਕ ਹੈ, ਪਾਣੀਆਂ ਤੇ ਸਾਡਾ ਹੱਕ ਬਣਦਾ ਹੈ। ਪੰਜਾਬ ਪਹਿਲਾਂ ਹੀ ਵੱਡੀਆਂ ਮਾਰਾਂ ਜਿਹੜੀਆਂ ਚੱਲ ਰਿਹਾ ਹੈ ਔਰ ਉਹ ਸਾਡਾ ਰਾਈਟ ਹੈ, ਸਾਨੂੰ ਮਿਲਣਾ ਚਾਹੀਦਾ ਹੈ। ਪਰ ਪੋਲੀਟੀਕਲ ਪਾਰਟੀਆਂ ਨੂੰ ਇਸ 'ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਜੇ ਸੱਚਮੁੱਚ ਉਹ ਸੁਹਿਰਦ ਨੇ ਤਾਂ ਇਕੱਲੀ ਬਿਆਨਬਾਜ਼ੀ ਤੱਕ ਨਾ ਸੀਮਿਤ ਰਹਿਣ, ਇਹਦੇ ਪ੍ਰੈਕਟੀਕਲ ਹੱਲ ਕੱਢ ਕੇ ਦੇਣ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।